ਭਗਤ ਸਿੰਘ ਜੀ ਆਪ ਖੁਦ ਇਸ ਦੇ ਚਾਹਵਾਨ ਨਹੀਂ ਸੀ ਕਿ ਉਹ ਕਿਸੇ ਗੁਰੂ ਘਰ ਨਾਲ ਜੁੜਨ। ਇੱਕ ਇਹੋ ਜਿਹੇ ਵਿਅਕਤੀ ਜਿਹੜਾ ਇੱਕ ਬਾਹਰਲੀ ਸੋਚ ਦੇ ਅਧੀਨ ਗੁਲਾਮ ਹੋ ਕੇ ਸਾਡੇ ਸੋਚ ਦੇ ਉੱਤੇ ਭਾਰੂ ਹੋ ਰਿਹਾ, ਇਹ ਬਿਲਕੁਲ ਕੰਟਰਡਿਕਸ਼ਨ ਹੈ। ਇਟ ਹੈਜ਼ ਨੋ ਮੀਨਿੰਗ। ਪਹਿਲਾਂ ਕਿਉਂ ਨਹੀਂ ਕੀਤੀ? ਬਹੁਤ ਟਾਈਮ ਨਿਕਲ ਗਿਆ। ਜਦ ਮੁੱਦਾ ਉੱਠਿਆ, ਮੈਂ ਇਹਨਾਂ ਦੀ ਵਿਚਾਰਧਾਰਾ ਪੜ੍ਹੀ ਤੇ ਮੇਰੇ ਤਾਂ ਮਨ ਨੂੰ, ਮੈਂ ਤਾਂ ਬਹੁਤ ਦੁਖੀ ਹੋਇਆ। ਮੈਂ ਕਿਹਾ ਯਾਰ ਇਹ ਬੰਦਾ ਕਹਿੰਦਾ ਹੈ ਕਿ ਰੱਬ ਹੈ ਹੀ ਨਹੀਂ। ਸਾਡੇ ਸਿੰਘ ਸਭਾ ਲਹਿਰ ਨੇ ਜਾ ਕੇ ਨਾਮ ਜਾਪਦੇ ਹੋਏ ਆਪਣੀ ਕੁਰਬਾਨੀਆਂ ਦਿੱਤੀਆਂ, ਸ਼ਹਾਦਤਾਂ ਦਿੱਤੀਆਂ ਨਨਕਾਣਾ ਸਾਹਿਬ ਆਜ਼ਾਦ ਕਰਨ 'ਚ। ਉਹਨਾਂ ਨੇ ਜਾ ਕੇ ਅਸੈਂਬਲੀ 'ਚ ਬੰਬ ਤੇ ਨਹੀਂ ਸੁੱਟੇ। ਬਰਗਾੜੀ ਦੇ ਵਿੱਚ ਜਿਹੜੇ ਕਤਲੇਆਮ ਕੀਤੇ ਆ ਪੁਲਿਸ ਨੇ, ਹੁਣ ਤੁਸੀਂ ਸ਼ਹੀਦ ਸਿੰਘ ਦਾ ਸੋਚ ਦੇ ਅਧੀਨ ਜਾ ਕੇ ਉਮਰਾ ਨੰਗਲ ਤੇ ਸੁਮੇਧ ਸੈਣੀ ਨੂੰ ਗੋਲੀਆਂ ਨਾਲ ਮਾਰੋ। ਹੁਣ ਮੈਂ ਕੀ ਕਵਾਂ ਕਿ ਤੁਸੀਂ ਜਾ ਕੇ ਲੋਕ ਸਭਾ 'ਚ ਬੰਬ ਸੁੱਟੋ? ਮੈਂ ਸਗੋਂ ਪ੍ਰਧਾਨ ਸਾਹਿਬ ਨੂੰ ਜਮਹੂਰੀਅਤ ਪਸੰਦ ਤਰੀਕੇ ਨਾਲ ਇਲੈਕਸ਼ਨ ਲੜਾ ਕੇ ਆਪਣੀ ਆਵਾਜ਼ ਪਾਰਲੀਮੈਂਟ 'ਚ ਉਠਾਉਣ ਨੂੰ ਭੇਜਿਆ ਹੈਗਾ। ਹੁਣ ਮੈਂ ਜੇ ਭਗਤ ਸਿੰਘ ਦੀ ਸੋਚ ਤੇ ਤੋਰਾਂ ਤਾਂ ਮੈਂ ਨੌਜਵਾਨਾਂ ਨੂੰ ਕਹਾਂ ਕਿ ਤੁਹਾਡੀ ਜਮਹੂਰੀਅਤ ਹੱਕ ਭੰਗ ਕਰਤੇ ਹੈਗੇ ਆ, ਗੁਰੂ ਘਰ ਨੂੰ ਖਤਮ ਕਰਤਾ ਹੈਗਾ, ਉੱਥੇ ਵਿਚਾਰਧਾਰਾ ਤੁਹਾਡੀ ਖਰਾਬ ਕਰਤੀ ਹੈ, ਤੁਸੀਂ ਜਾ ਕੇ ਬੰਬ ਲੋਕ ਸਭਾ 'ਚ ਸੁੱਟੋ? ਨੋ ਸਰ। ਤੇ ਪਰ ਮਾਨ ਸਾਹਿਬ ਦਾ ਜਿਹੜਾ ਬਿਆਨ ਸੀਗਾ ਕਿ ਉਹ ਅੱਤਵਾਦੀ ਆ, ਕਿ ਦੇਸ਼ ਲਈ ਜਦ ਕੋਈ ਬੰਦਾ ਲੜਦਾ ਠੀਕ ਹੈ ਜਦ ਉਸ ਤੁਸੀਂ ਮੈਨੂੰ ਦੱਸੋ, ਮੇਰਾ ਅੱਜ ਡੈਮੋਕ੍ਰੇਸੀ ਭੰਗ ਕੀਤੀ ਹੈ ਸਰਕਾਰ ਨੇ। ਜੇ ਮੇਰੇ ਸਿੱਖ ਜਾ ਕੇ ਲੋਕ ਸਭਾ 'ਚ ਬੰਬ ਸੁੱਟਣ ਤੇ ਸੁਮੇਧ ਸੈਣੀ ਤੇ ਉਮਰਾ ਨੰਗਲ ਨੂੰ ਗੋਲੀਆਂ ਮਾਰ ਦੇਣ, ਤੁਸੀਂ ਸਾਨੂੰ ਕੀ ਕਹੋਗੇ? ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਟੀਵੀ ਪੰਜਾਬ। ਮੈਂ ਤੁਹਾਡਾ ਨਾਲ ਜਸਪ੍ਰੀਤ ਸਿੰਘ ਆਸ਼ਕ। ਜਦੋਂ ਦੇ ਸਿਮਰਨਜੀਤ ਸਿੰਘ ਮਾਨ MP ਬਣੇ ਨੇ, ਤਦ ਤੋਂ ਹੀ ਵਿਵਾਦ ਨੇ ਜਿਹੜੇ ਲਗਾਤਾਰ ਖੜੇ ਹੁੰਦੇ ਜਾ ਰਹੇ ਆ, ਚਾਹੇ ਸੋਸ਼ਲ ਮੀਡੀਆ ਤੇ ਹੋਣ ਜਾਂ ਆਮ ਲੋਕਾਂ ਦੇ ਵਿਚਕਾਰ। ਮਾਨ ਸਾਹਿਬ ਦਾ ਇੱਕ ਬਿਆਨ ਆਇਆ ਸੀਗਾ ਕਿ ਭਗਤ ਸਿੰਘ ਨੂੰ ਲੈ ਕੇ, ਉਸ ਤੋਂ ਬਾਅਦ ਵਿਵਾਦ ਬਹੁਤ ਖੜੇ ਹੋਏ ਤੇ ਉਸ ਤੋਂ ਬਾਅਦ ਮਾਨ ਸਾਹਿਬ ਦੇ ਸਪੁੱਤਰ ਇਮਾਨ ਸਿੰਘ ਮਾਨ ਹੋਣਾ ਵੱਲੋਂ ਇੱਕ ਪੱਤਰ ਲਿਖਿਆ ਜਾਂਦਾ ਹੈ SGPC ਨੂੰ, ਜਿਸ ਦੇ ਵਿੱਚ ਭਗਤ ਸਿੰਘ ਦੀ ਫੋਟੋ ਹੈ ਜਿਹੜੀ ਉਹ ਮਿਊਜ਼ੀਅਮ 'ਚੋਂ ਹਟਾਉਣ ਦੀ ਗੱਲ ਆਖੀ ਜਾਂਦੀ ਹੈ। ਸੋ ਅੱਜ ਸਾਡੇ ਨਾਲ ਖੁਦ ਮੌਜੂਦ ਨੇ ਇਮਾਨ ਸਿੰਘ ਮਾਨ। ਉਹਨਾਂ ਨਾਲ ਚਰਚਾ ਕਰਾਂਗੇ ਕਿ ਕਿਉਂ ਜਿਹੜਾ ਉਹਨਾਂ ਨੇ ਇਹ ਕਦਮ ਚੱਕਿਆ ਕਿ ਭਗਤ ਸਿੰਘ ਦੀ ਫੋਟੋ ਤੇ ਹਟਾਉਣੀ ਚਾਹੀਦੀ ਹੈ। ਮਾਨ ਸਾਹਿਬ ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਵਾਹਿ ਖਾਲਸਾ ਵਾਹਿਗੁਰੂ ਜੀ ਫਤਿਹ। ਹਮੇਸ਼ਾ ਹੀ ਅਸੀਂ ਤੁਹਾਨੂੰ ਫੋਲੋ ਕਰਦੇ ਹਾਂ ਜਦ ਕਿ ਇਲੈਕਸ਼ਨ ਦੇ ਵਿੱਚ ਬੜੇ ਸੂਝਵਾਨ ਜਿਹੜੇ ਬਿਆਨ ਰਹਿੰਦੇ ਨੇ, ਜਾਂ ਤੁਹਾਡੀ ਜਿਹੜੀ ਸ਼ਬਦਾਵਲੀ ਉਹ ਬੜੀ ਠੋਸ ਰਹਿੰਦੀ ਆ। ਤੇ ਇਸ ਬਾਰੇ ਭਗਤ ਸਿੰਘ ਨੂੰ ਲੈ ਕੇ ਕਿਉਂ ਜਿਹੜਾ ਲੈਟਰ ਲਿਖਿਆ ਗਿਆ? ਜੇ ਤੁਸੀਂ ਸਰ ਭਗਤ ਸਿੰਘ ਦਾ ਖੁਦ ਦਾ ਲਿਖਿਆ ਲੇਖ ਪੜ੍ਹੋਗੇ, ਜੋ ਕਹਿੰਦਾ ਹੈ ਮੈਂ ਨਾਸਤਿਕ ਕਿਉਂ ਹਾਂ, ਕਹਿਣ ਦਾ ਮਤਲਬ ਉਹ ਕਿਸੇ ਰੱਬ ਨੂੰ ਮੰਨਦੇ ਨਹੀਂ ਹੈਗੇ। ਉਹਨਾਂ ਨੇ ਪ੍ਰਸ਼ਨ ਪੁੱਛੇ ਹੈ ਕਿ ਕਮਿਊਨਿਸਟ ਵਿਚਾਰਧਾਰਾ ਜਿੰਨੀ ਦੇਰ ਲਾਗੂ ਨਹੀਂ ਹੁੰਦੀ, ਉਦੋਂ ਤਾਈਂ ਰੱਬ ਨੂੰ ਅਸੀਂ ਕਿਵੇਂ ਮੰਨ ਸਕਦੇ ਹੈਗੇ ਆ। ਉਹਨਾਂ ਨੇ ਸਪਸ਼ਟ ਲਿਖਿਆ ਹੈ ਮੈਂ ਸਿੱਖੀ ਦੇ ਮਿਥਿਹਾਸ ਜਾਂ ਕਿਸੇ ਧਰਮ ਨੂੰ ਨਹੀਂ ਮੰਨਦਾ ਹੈਗਾ। ਨਾਸਤਿਕ ਉਹਨਾਂ ਦੀ ਸੋਚ ਸੀਗੀ। ਕਹਿੰਦੇ ਆਪਣੇ ਆਪ ਨੂੰ ਉਹ ਇਨਕਲਾਬੀ ਸੀ, ਪਰ ਇਹ ਕਿਹੋ ਜਿਹਾ ਇਨਕਲਾਬ ਹੋਇਆ? ਇੱਕ ਪਾਸੇ ਤੁਸੀਂ ਬਾਹਰਲੀ ਸੋਚ, ਬਾਹਰਲੇ ਬਰਤਾਨੀਆ ਨੂੰ ਤੁਸੀਂ ਭੰਡਦੇ ਹੋ, ਦੂਜੇ ਪਾਸੇ ਉਹੀ ਬਾਹਰਲੀ ਸੋਚ ਜਿਹੜਾ ਮਾਰਕਸ ਬਰਤਾਨੀਆ 'ਚ ਰਹਿੰਦਾ ਸੀ, ਜਿਸ ਨੇ ਆਪਣੇ ਘਰ 'ਚ ਨੌਕਰਾਨੀ ਕੰਮ ਕਰਦੀ ਹੋਏ ਉਹਦਾ ਜ਼ਬਰ ਕਰਕੇ ਬੱਚੇ ਪੈਦਾ ਕਰਤੇ ਸੀ। ਇਹੋ ਜਿਹੀ ਸੋਚ ਨੂੰ ਤੁਸੀਂ ਗੁਰੂ ਘਰ ਦੇ ਵਿੱਚ ਤੁਸੀਂ ਵਸਾਉਂਦੇ ਹੋ, ਜਿਹੜਾ ਕਹਿੰਦੇ ਹੈ ਕਿ ਸਾਡਾ ਧਰਮ ਇੱਕ ਓਪੀਏਟ ਆਫ ਦਾ ਮੈਸੇਜ ਹੈ, ਕਿ ਇਹ ਇੱਕ ਤਰ੍ਹਾਂ ਦਾ ਤੁਹਾਨੂੰ ਸਵਾਉਣ ਵਾਲਾ ਪਦਾਰਥ ਹੈ ਜਿਹੜਾ ਤੁਹਾਨੂੰ ਤੋਰਦਾ ਨਹੀਂ ਹੈਗਾ। ਫਿਰ ਜਦ ਆਪਾਂ ਗੱਲ ਕਰਦੇ ਹੈਗੇ ਆ ਆਜ਼ਾਦੀ ਦੀ ਲੜਾਈ ਦੀ, ਜਿਹੜੇ 200 ਸਿੰਘ ਨਨਕਾਣਾ ਸਾਹਿਬ ਰਾਤ ਨੂੰ 10 ਵਜੇ ਵਾਹਿਗੁਰੂ ਦੀ ਅਰਦਾਸ ਕਰਕੇ ਮੂੰਹ ਤੇ ਵਾਹਿਗੁਰੂ ਦਾ ਜਾਪ ਕਰਦੇ ਹੋਏ ਉੱਥੇ ਜਾ ਕੇ ਨਨਕਾਣਾ ਸਾਹਿਬ ਦੇ ਵਿੱਚ ਮਹਾਰਾਜ ਪ੍ਰਕਾਸ਼ ਕਰਕੇ ਉਹ ਗੁਰੂ ਘਰ ਨੂੰ ਆਜ਼ਾਦ ਕਰਦੇ ਆ। ਉਹਨਾਂ ਨੂੰ ਨਰੈਣੂ ਮਹੰਤ ਟੁੱਟ ਕੇ ਪੈ ਜਾਂਦਾ ਹੈ, ਉਹਨਾਂ ਨੂੰ 200 ਲਾਸ਼ਾਂ ਪੈਦਾ ਕਰ ਦਿੰਦਾ ਹੈਗਾ ਜਿਨ੍ਹਾਂ ਨੇ ਸੀਨਿਆਂ ਤੇ ਗੋਲੀ ਲੈ ਲਈ। ਉਹਨਾਂ ਦਾ ਇਤਿਹਾਸ ਕਿਉਂ ਨਹੀਂ ਅਸੀਂ ਗੁਰੂ ਘਰਾਂ 'ਚ ਕਹਿ ਸਕਦੇ? ਗਾਂਧੀ ਨੇ ਆ ਕੇ ਕਿਹਾ ਸੀ ਆਜ਼ਾਦੀ ਦੀ ਪਹਿਲੀ ਲੜਾਈ ਦੀ ਜਿੱਤ ਅੱਜ ਹੋਈ ਹੈ, ਜਦ ਨਨਕਾਣਾ ਸਾਹਿਬ 'ਚ ਰੱਬ ਨੂੰ ਮੰਨਦੇ ਹੋਏ ਉਹਨਾਂ ਨੇ ਜਾ ਕੇ ਫਤਿਹ ਕੀਤਾ ਸੀਗਾ।
ਭਗਤ ਸਿੰਘ ਜੀ ਆਪ ਖੁਦ ਇਸ ਦੇ ਚਾਹਵਾਨ ਨਹੀਂ ਸੀ ਕਿ ਉਹ ਕਿਸੇ ਗੁਰੂ ਘਰ ਨਾਲ ਜੁੜਨ। ਫਿਰ ਉਹਨਾਂ ਦੀ ਸੋਚ ਨਾਲ ਵੀ ਜ਼ਬਰ ਹੈ, ਜੋ ਕਿ ਇੱਕ ਬਾਹਰਲੀ ਵੈਸਟਰਨ ਸੋਚ ਹੈ, ਤੇ ਇੱਥੇ ਗੁਰੂ ਘਰ ਦੀ ਸੋਚ ਜਿਹੜੀ ਪੰਜਾਬ ਦੀ ਹੈ, ਜਿਹਦੇ ਵਿੱਚ ਸ਼ੇਖ ਬਾਬਾ ਫਰੀਦ ਮਹਾਰਾਜ ਨੇ ਉੱਥੇ ਪੰਜਾਬੀ ਦੇ ਵਿੱਚ ਆਪਣੇ ਵਚਨ ਦਿੱਤੇ। ਜਿਹੜੀ ਪੰਜਾਬੀ ਦੀ ਲਿਪੀ ਗੁਰੂ ਅੰਗਦ ਸਾਹਿਬ ਮਹਾਰਾਜ ਨੇ ਸਾਨੂੰ ਬਖਸ਼ੀ, ਉਹਨੂੰ ਤਬਦੀਲ ਕਰਕੇ ਸਾਨੂੰ ਦੇਵਨਗਰੀ 'ਚ ਇਹਨਾਂ ਦਾ ਇੱਛਾ ਹੈਗੀ ਹੈ। ਗੁਰੂ ਸਾਹਿਬ ਦੀ ਸੋਚ ਕੀ ਸੀ ਗੁਰਮੁਖੀ ਦੀ ਲੇਪ 'ਚ, ਕਿ ਜਿਹੜਾ ਸੰਸਕ੍ਰਿਤ ਮਨੂਵਾਦੀ ਸੋਚ ਅਧੀਨ ਉੱਚ ਬਾਹਮਣ ਆਪਣੇ ਵੇਦਾਂ ਨੂੰ ਕਰਦੇ ਆ, ਉਹ ਹੇਠਾਂ ਅਸੀਂ ਆਮ ਸੰਗਤ 'ਚ ਪ੍ਰਚਾਰ ਕਰੀਏ, ਵਿਵੇਕ ਦਾਨ ਕਰੀਏ। ਇੰਨੀ ਜੁਝਾਰੂ, ਇੰਨੀ ਤਬਦੀਲੀ ਵਾਲੀ ਸਾਡੀ ਗੁਰੂਆਂ ਦੀ ਸੋਚ ਸੀ, ਜਿਨ੍ਹਾਂ ਨੇ ਜਾਤ ਪਾਤ ਖਤਮ ਕਰਕੇ ਇੱਕ ਬਾਟੇ ਤੋਂ ਸਾਨੂੰ ਲੰਗਰ ਛਕਾਇਆ, ਜਿਨ੍ਹਾਂ ਨੇ ਸਾਨੂੰ ਹਰੇਕ ਜਿਹੜੇ ਵਹਿਮ ਸੀ ਉਹਨਾਂ 'ਚੋਂ ਪਰਾਂ ਕੀਤਾ। ਉਹਦੇ ਬਰਖਲਾਫ ਤੁਸੀਂ ਆਪਣੇ ਹੀ ਗੁਰੂ ਘਰ 'ਚ ਇੱਕ ਇਹੋ ਜਿਹੇ ਵਿਅਕਤੀ ਜਿਹੜਾ ਇੱਕ ਬਾਹਰਲੀ ਸੋਚ ਦੇ ਅਧੀਨ ਗੁਲਾਮ ਹੋ ਕੇ ਸਾਡੇ ਸੋਚ ਦੇ ਉੱਤੇ ਭਾਰੂ ਹੋ ਰਿਹਾ, ਇਹ ਬਿਲਕੁਲ ਕੰਟਰਡਿਕਸ਼ਨ ਹੈ। ਇਟ ਹੈਜ਼ ਨੋ ਮੀਨਿੰਗ। ਤੇ ਇਸ ਕਰਕੇ ਅਸੀਂ ਆਪਣੀ ਰਿਕੁਐਸਟ ਕੀਤੀ ਸੀ। ਹੁਣ ਕਿਉਂ ਕੀਤੀ ਗਈ, ਪਹਿਲਾਂ ਕਿਉਂ ਨਹੀਂ ਕੀਤੀ? ਬਹੁਤ ਟਾਈਮ ਨਿਕਲ ਗਿਆ। ਜਦ ਇਹ ਮੁੱਦਾ ਉੱਠਿਆ, ਮੈਂ ਇਹਨਾਂ ਦੀ ਵਿਚਾਰਧਾਰਾ ਪੜ੍ਹੀ ਤੇ ਮੇਰੇ ਤਾਂ ਮਨ ਨੂੰ, ਮੈਂ ਤਾਂ ਬਹੁਤ ਦੁਖੀ ਹੋਇਆ। ਮੈਂ ਕਿਹਾ ਯਾਰ, ਇਹ ਬੰਦਾ ਕਹਿੰਦਾ ਹੈ ਕਿ ਰੱਬ ਹੈ ਹੀ ਨਹੀਂ। ਇਹ ਬੰਦਾ ਕਹਿੰਦਾ ਹੈ ਕਿ ਮਿਥਿਆਸ ਹੈ ਮੇਰੇ ਗੁਰੂਆਂ ਦਾ। ਮੇਰੇ ਗੁਰੂਆਂ ਨੇ, ਜਿਨ੍ਹਾਂ ਨੇ ਮਨੁੱਖਤਾ ਪ੍ਰਤੀ ਬੰਦੇ ਨੂੰ ਰੱਬ ਨਾਲ ਜੋੜਿਆ, ਜਿਨ੍ਹਾਂ ਨੇ ਤੱਤੇ ਤਵਿਆਂ ਤੇ ਸ਼ਹਾਦਤਾਂ ਦਿੱਤੀਆਂ, ਸ਼ਹੀਦ-ਏ ਆਜ਼ਮ ਮੇਰੇ ਲਈ ਗੁਰੂ ਅਰਜਨ ਸਾਹਿਬ ਮਹਾਰਾਜ ਹੈ। ਇਹ ਕਿਵੇਂ ਹੋ ਸਕਦੇ ਹੈਗੇ ਆ ਜਿਹੜੇ ਰੱਬ ਦੇ ਨੇੜੇ ਨਹੀਂ ਸਾਨੂੰ ਲਾ ਸਕਦੇ ਹੈਗੇ? ਗੁਰੂ ਤੇਗ ਬਹਾਦਰ ਸਾਹਿਬ ਨੇ ਸ਼ਹੀਦੀ ਦਿੱਤੀ ਹੈ, ਉਹ ਮੇਰੇ ਲਈ ਸ਼ਹੀਦ-ਏ ਆਜ਼ਮ ਹੈ। ਮੇਰੇ ਪਿਤਾ ਦਸਮ ਪਿਤਾ ਨੇ ਆਪਣਾ ਸਰਬੰਸ ਦਿੱਤਾ, ਤਾਂ ਵੀ ਕਿਹਾ ਜੀਵਤ ਹੈ ਸਾਰੋਂ ਸਾਡੇ ਪੱਖ 'ਚ, ਉਹ ਮੇਰੇ ਸ਼ਹੀਦ-ਏ ਆਜ਼ਮ ਹੈ। ਇਹਨਾਂ ਨੇ ਜਾ ਕੇ ਲਾਲਾ ਲਾਜਪਤ ਰਾਏ, ਜਿਹੜੀ ਸਾਈਮਨ ਕਮਿਸ਼ਨ ਦੇ ਬਰਖਲਾਫ ਪ੍ਰੋਟੈਸਟ ਕਰ ਰਹੇ ਸੀ, ਉੱਥੇ ਲਾਠੀ ਚਾਰਜ ਹੋਇਆ। ਉਹ ਲਾਠੀ ਚਾਰਜ ਦੇ 5 ਦਿਨ ਬਾਅਦ ਲਾਲਾ ਜੀ ਦੀ ਬਹੁਤ ਅਫਸੋਸ ਦੇਹਾਂਤ ਹਸਪਤਾਲ 'ਚ ਹੋਇਆ। ਹੁਣ ਹਸਪਤਾਲ 'ਚ ਉਹਨਾਂ ਦੀ ਪ੍ਰਾਇਰ ਕੰਡੀਸ਼ਨ ਸੀਗੀ, ਹਾਰਟ ਦੀਆਂ ਪਲੂਰਸੀ ਸੀ, ਹੋਰ ਕੁਝ ਸੀਗਾ। ਤੇ ਉੱਥੇ ਜਦ ਦੇਹਾਂਤ ਹੋਇਆ, ਇਹਨਾਂ ਨੇ ਇਲਜ਼ਾਮ ਸਕਾਟ ਤੇ ਲਾਇਆ। ਉਹਦੇ ਬਰਖਲਾਫ ਪੋਸਟਰ ਛਪਾਏ, ਜਾ ਕੇ ਗੋਲੀਆਂ ਮਾਰੀਆਂ ਇੱਕ ਬੇਕਸੂਰ ਸੌਂਡਰਸ ਨੂੰ ਤੇ ਚੰਨਣ ਸਿੰਘ ਨੂੰ। ਕਹਿੰਦੇ ਆ ਕਿ ਚੰਨਣ ਸਿੰਘ ਨੂੰ ਗੋਲੀ ਮਾਰੀ ਪਰ ਉਹਨੂੰ ਚੱਕਿਆ ਨਹੀਂ ਤੇ ਖੂਨ ਵਗ ਗਿਆ ਉਹਦਾ। ਭਰਾਵਾ, ਗੋਲੀ ਤਾਂ ਉਹਨਾਂ ਨੇ ਮਾਰੀ ਸੀ। ਜੇ ਉਹ ਪੂਰੇ ਹੋਏ ਆ, ਅੱਜ ਕੌਣ ਕਹਿ ਸਕਦਾ ਹੈਗਾ ਕਿ ਉਹ ਗੋਲੀ ਕਰਕੇ ਨਹੀਂ ਪੂਰੇ ਹੋਏ? ਉਹ ਇਲਜ਼ਾਮ ਲਾ ਦੇਣਾ ਕਿ ਟਾਈਮ ਸਿਰ ਹੀ ਨਹੀਂ ਚੱਕਿਆ। ਫਿਰ ਇਹੀ ਚੀਜ਼ ਤੁਸੀਂ ਕੀ ਕਹਿੰਦੇ ਆ, ਕਿਤੇ ਵੀ ਕਤਲ ਤੇ ਇਹ ਲੌਜਿਕ ਯੂਜ਼ ਕਰ ਸਕੋਗੇ। ਮੰਨ ਲੈਂਦੇ ਕਤਲ ਤੇ ਹੈਗਾ। ਫਿਰ ਦੇਖੋ, ਸਾਡੇ ਸਿੰਘ ਸਭਾ ਲਹਿਰ ਨੇ ਜਾ ਕੇ ਨਾਮ ਜਾਪਦੇ ਹੋਏ ਆਪਣੀ ਕੁਰਬਾਨੀਆਂ ਦਿੱਤੀਆਂ, ਸ਼ਹਾਦਤਾਂ ਦਿੱਤੀਆਂ ਨਨਕਾਣਾ ਸਾਹਿਬ ਆਜ਼ਾਦ ਕਰਨ 'ਚ। ਉਹਨਾਂ ਨੇ ਜਾ ਕੇ ਅਸੈਂਬਲੀ 'ਚ ਬੰਬ ਤੇ ਨਹੀਂ ਸੁੱਟੇ। ਉਹਦੇ ਵਿੱਚੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਸਿੱਖ ਗੁਰਦੁਆਰਾ ਐਕਟ 1925 'ਚ ਹਾਸਲ ਕੀਤਾ, ਜਿਸ ਨੂੰ ਗਾਂਧੀ ਨਹਿਰੂ ਕਹਿੰਦੇ ਸੀ ਆਜ਼ਾਦੀ ਦੀ ਪਹਿਲੀ ਲੜਾਈ ਦੀ ਜਿੱਤ ਹੈ। ਹੁਣ ਉਹ ਡੈਮੋਕ੍ਰੈਟਿਕ ਫੰਕਸ਼ਨਿੰਗ ਵਾਸਤੇ ਸ਼ਹਾਦਤਾਂ ਦਿੱਤੀਆਂ, ਕਿਸੇ ਨਾਲ ਜ਼ਬਰ ਨਹੀਂ ਕੀਤਾ, ਆਪਣੇ ਹੱਕ ਉਹਨਾਂ ਨੇ ਕਮਾਏ। ਮੈਂ ਹੁਣ ਆਪਣੇ ਜਿਹੜੇ ਨੌਜਵਾਨ ਹੈ ਉਹਨਾਂ ਨੂੰ ਕੀ ਕਹਾਂ, ਬਰਗਾੜੀ ਦੇ ਵਿੱਚ ਜਿਹੜੇ ਕਤਲੇਆਮ ਕੀਤੇ ਆ ਪੁਲਿਸ ਨੇ, ਹੁਣ ਤੁਸੀਂ ਸ਼ਹੀਦ ਸਿੰਘ ਦਾ ਸੋਚ ਦੇ ਅਧੀਨ ਜਾ ਕੇ ਉਮਰਾ ਨੰਗਲ ਤੇ ਸੁਮੇਧ ਸੈਣੀ ਨੂੰ ਗੋਲੀਆਂ ਨਾਲ ਮਾਰੋ। ਮੈਨੂੰ ਤਾਂ ਟੈਰਰਿਸਟ ਕਹਿ ਕੇ ਉਹ ਬਾਹਰ ਸੁੱਟ ਦੇਣਗੇ। ਜਿਹੜੇ ਮੈਂ ਬੰਦਿਆਂ ਨੂੰ ਕਹਿਣਗੇ ਮੈਨੂੰ ਟੈਰਰਿਸਟ ਵਿਚਾਰਧਾਰਾ ਦਾ ਕਹਿ ਦੇਣਗੇ। ਮੇਰੇ ਚੋਣ ਗੁਰੂ ਘਰ ਦੇ 10 ਸਾਲ ਨਹੀਂ ਹੋਏ। 10 ਸਾਲ ਤੁਸੀਂ ਬਗਾਨਾ ਰੱਖਿਆ। ਅੱਜ ਸਰ ਸਿਮਰਨਜੀਤ ਸਿੰਘ ਮਾਨ 17ਵੀਂ ਲੋਕ ਸਭਾ 'ਚ ਜਾ ਰਹੇ ਹੈ। ਸਾਡੇ ਸਿਰਫ 8 ਵਾਰੀ ਚੋਣ ਹੋਇਆ, ਜਦ ਕਿ SGPC ਉਸ ਤੋਂ ਪਹਿਲਾਂ ਬਣੀ ਸੀ 1925 'ਚ। ਉਹਨੇ ਯੂਨੀਵਰਸਲ ਸਫਰੇਜ ਬੀਬੀਆਂ ਨੂੰ ਵੀ ਦਿੱਤੀ ਸੀਗੀ, ਸਾਰਿਆਂ ਨੂੰ ਯੂਨੀਵਰਸਲ ਸਬਜੈਕਟ ਦਿੱਤੀ। ਇਹ ਸੰਸਥਾ ਨੂੰ ਬਿਲਕੁਲ ਖਤਮ ਕਰ ਰਹੀ ਹੈ ਸਟੇਟ। ਹੁਣ ਮੈਂ ਕੀ ਕਹਾਂ ਕਿ ਤੁਸੀਂ ਜਾ ਕੇ ਲੋਕ ਸਭਾ 'ਚ ਬੰਬ ਸੁੱਟੋ? ਮੈਂ ਸਗੋਂ ਪ੍ਰਧਾਨ ਸਾਹਿਬ ਨੂੰ ਜਮਹੂਰੀਅਤ ਪਸੰਦ ਤਰੀਕੇ ਨਾਲ ਇਲੈਕਸ਼ਨ ਲੜਾ ਕੇ ਆਪਣੀ ਆਵਾਜ਼ ਪਾਰਲੀਮੈਂਟ 'ਚ ਉਠਾਉਣ ਨੂੰ ਭੇਜਿਆ ਹੈਗਾ। ਹੁਣ ਮੈਂ ਜੇ ਸਰ ਭਗਤ ਸਿੰਘ ਦੀ ਸੋਚ ਤੇ ਤੋਰਾਂ
ਤਾਂ ਮੈਂ ਨੌਜਵਾਨਾਂ ਨੂੰ ਕਹਾਂ ਕਿ ਤੁਹਾਡੀ ਜਮਹੂਰੀਅਤ ਹੱਕ ਭੰਗ ਕਰਤੇ ਹੈਗੇ ਆ, ਗੁਰੂ ਘਰ ਨੂੰ ਖਤਮ ਕਰਤਾ ਹੈਗਾ, ਉੱਥੇ ਵਿਚਾਰਧਾਰਾ ਤੁਹਾਡੀ ਖਰਾਬ ਕਰਤੀ ਹੈ, ਤੁਸੀਂ ਜਾ ਕੇ ਬੰਬ ਲੋਕ ਸਭਾ 'ਚ ਸੁੱਟੋ। ਨੋ ਸਰ, ਮੈਂ ਉਹ ਆਪਣੇ ਗੁਰੂਆਂ ਦੀ ਵਿਚਾਰਧਾਰਾ ਤੇ ਸਿੱਖੀ ਦੀ ਵਿਚਾਰਧਾਰਾ ਤੇ ਗੁਰੂਆਂ ਦੇ ਪਿਆਰ ਨਾਲ ਬਿਨਾਂ ਨਾਸਤਿਕ ਹੋਏ ਇੱਥੇ ਜੂਣਾ ਚਾਹੁੰਦਾ ਹੈ। ਤੇ ਮੇਰੇ ਉੱਤੇ ਜਦ ਤੁਸੀਂ ਇੱਕ ਵਿਚਾਰਧਾਰਾ ਮੇਰੇ ਗੁਰੂ ਘਰ 'ਚ ਨਾਸਤਿਕਤਾ ਦੀ, ਕਮਿਊਨਿਜ਼ਮ ਦੀ ਔਰ ਰੱਬ ਨੂੰ ਭੰਡ ਕਰਨ ਵਾਲੇ ਦੀ ਤੁਸੀਂ ਮੇਰੇ ਉੱਤੇ ਥੋਪ ਰਹੇ ਹੋ, ਮੇਰੇ ਨਾਲ ਜਬਰ ਕਰ ਰਹੇ ਹੋ, ਮੇਰੀ ਸੋਚ ਨਾਲ ਜਬਰ ਕਰ ਰਹੇ ਹੋ। ਬਿਲਕੁਲ ਠੀਕ ਹੈ, ਅਸੀਂ ਉਹ ਐਗਰੀ ਹਾਂ। ਧਾਰਮਿਕ ਪੱਖ ਤੁਸੀਂ ਕਹਿੰਦੇ ਹੋ ਵੀ ਨਹੀਂ ਹੈ, ਮਾਰਕਸ ਦਾ ਫਾਲੋਵਰ ਸੀ ਜਾਂ ਨਾਸਤਿਕ ਸੀ, ਉਹ ਬੰਦੇ ਦੀ ਤਸਵੀਰ ਨਹੀਂ ਚਾਹੀਦੀ ਹੈਗੀ। ਤੇ ਪਰ ਮਾਨ ਸਾਹਿਬ ਦਾ ਜਿਹੜਾ ਬਿਆਨ ਸੀਗਾ ਕਿ ਉਹ ਅੱਤਵਾਦੀ ਆ, ਕਿ ਦੇਸ਼ ਲਈ ਜਦ ਕੋਈ ਬੰਦਾ ਲੜਦਾ, ਠੀਕ ਹੈ, ਜਦ ਉਸ ਟਾਈਮ ਤੁਸੀਂ ਮੈਨੂੰ ਦੱਸੋ, ਮੇਰਾ ਅੱਜ ਡੈਮੋਕ੍ਰੇਸੀ ਭੰਗ ਕੀਤੀ ਹੈ ਸਰਕਾਰ ਨੇ। ਜੇ ਮੇਰੇ ਸਿੱਖ ਜਾ ਕੇ ਲੋਕ ਸਭਾ 'ਚ ਬੰਬ ਸੁੱਟਣ ਤੇ ਸੁਮੇਧ ਸੈਣੀ ਤੇ ਉਮਰਾਂ ਨੰਗਲ ਨੂੰ ਗੋਲੀਆਂ ਮਾਰ ਦੇਣ, ਤੁਸੀਂ ਸਾਨੂੰ ਕੀ ਕਹੋਗੇ? ਪ੍ਰਧਾਨ ਸਾਹਿਬ ਨੇ ਸਵਾਲ ਪੁੱਛਿਆ, ਤੁਸੀਂ ਦੱਸੋ ਕੀ ਕਹੋਗੇ? ਉਹਨਾਂ ਨੇ ਕਿਹਾ ਕਿ ਤੁਸੀਂ ਦੱਸੋ ਇਹਦਾ ਕੀ ਮਤਲਬ ਹੈ। ਮੈਨੂੰ ਤਾਂ ਮੇਰੇ ਤਾਂ ਹਜੇ ਵੀ ਵੀਰ ਤੁਸੀਂ ਜੇਲ੍ਹਾਂ 'ਚ ਬੰਦ ਕੀਤੇ ਹੋਏ ਆ, ਜਿਨ੍ਹਾਂ ਨੇ ਉਸ ਵਿਚਾਰਧਾਰਾ, ਜਿਨ੍ਹਾਂ ਸਾਨੂੰ ਗੋਲੀਆਂ ਨਾਲ ਭੁੰਨ ਕੇ ਮਾਰਿਆ 1984 'ਚ। ਤੁਸੀਂ ਸਾਡੀ ਜੈਨੋਸਾਈਡ ਕੀਤੀ ਹੈ, ਰਾਜਨਾਥ ਸਿੰਘ ਕਹਿੰਦਾ ਹੈਗਾ। ਹੁਣ ਮੈਂ ਸਿੱਖਾਂ ਨੂੰ ਕਹਾਂ ਕਿ ਤੁਸੀਂ ਉਹ ਜੈਨੋਸਾਈਡ ਦੇ ਬਰਖਲਾਫ ਭਗਤ ਸਿੰਘ ਦੇ ਰਾਹ 'ਤੇ ਕਰੋ। ਅਸੀਂ ਜਮਹੂਰੀਅਤ ਪਸੰਦ ਤਰੀਕੇ ਨਾਲ, ਅਮਨ ਪਸੰਦ ਤਰੀਕੇ ਨਾਲ ਪਾਰਟੀ ਚਲਾ ਰਹੇ ਹਾਂ, ਤੋਰ ਰਹੇ ਹਾਂ। ਸਾਡੇ ਉੱਤੇ ਹੀ ਤੁਸੀਂ ਇਹ ਵਿਚਾਰਧਾਰਾ ਪਾ ਰਹੇ ਹੋ। ਜੇ ਅਸੀਂ ਕੁਛ ਕੀਤਾ, ਤੁਸੀਂ ਤਾਂ ਸਾਨੂੰ ਵੱਢ ਕੇ ਸੁੱਟ ਦੋਗੇ। ਵੀ ਆਰ ਅ ਮਾਈਨੋਰਿਟੀ, ਸਾਡੇ ਉੱਤੇ ਤਾਂ ਆਪਰੇਸ਼ਨ ਹੋ ਰਿਹਾ ਹੈ। ਤੁਸੀਂ ਸਾਨੂੰ ਸੋਚ ਅਧੀਨ ਵੀ ਕੁਚਲ ਕੇ ਰੱਖ ਰਹੇ ਹੋਗੇ। ਦਿਸ ਇਜ਼ ਨਾਟ ਰਾਈਟ। ਫਿਰ ਅੰਗਰੇਜ਼ਾਂ ਨੂੰ ਸਹੀ ਠਹਿਰਾਉਣਾ ਸਹੀ ਹੈ ਕਿ ਕਿਉਂਕਿ ਉਹ ਵੀ ਤਾਂ ਜ਼ੁਲਮ ਯਾਰ ਮੈਨੂੰ ਦੱਸੋ, ਮਾਰਕਸ ਜਰਮਨੀ ਦਾ ਜੰਮਪਲ, ਇੰਗਲੈਂਡ 'ਚ ਐਂਗਲਸ ਨਾਲ ਉਹਨੇ ਆਪਣੀ ਕਿਤਾਬਾਂ ਲਿਖੀਆਂ ਹੈਗੀਆਂ। ਉਹ ਵਿਚਾਰਧਾਰਾ ਕਿਹੜਾ ਤੁਹਾਡੀ ਆਪਦੀ ਹੈ? ਜਿਹੜੀ ਇੱਥੇ ਦੀ ਪੈਦਾਵਾਰ ਹੈ ਉਹ ਤਾਂ ਸ਼ੇਖ ਭਗਤ ਫਰੀਦ ਜੀ ਦੀ ਹੈ, ਭਗਤ ਰਵਿਦਾਸ ਜੀ ਦੀ ਹੈ, ਗੁਰੂ ਨਾਨਕ ਸਾਹਿਬ ਦੀ ਹੈ। ਉਹ ਘਰ ਦੇ ਵਿੱਚ ਤੁਸੀਂ ਮਾਰਕਸ ਵਾੜ ਰਹੇ ਹੈਗੇ ਹੋ। ਤੇ ਉਹ ਵਿਚਾਰਧਾਰਾ ਤੁਸੀਂ ਮੈਨੂੰ ਦੱਸੋ ਕਿਹਦੀ ਬਾਹਰਲੀ ਹੈ ਤੇ ਕਿਹਦੀ ਇੱਥੇ ਦੀ ਹੈ? ਅਸੀਂ ਤਾਂ ਆਪਣੇ ਗੁਰੂਆਂ ਦੇ ਲੀਹਾਂ ਤੇ ਤੁਰਨ ਨੂੰ ਕਹਿ ਰਹੇ ਹਾਂ। ਠੀਕ ਹੈ, ਆਪਾਂ ਗੁਰੂਆਂ ਦੀ ਲੀਹਾਂ ਤੇ ਤੁਰਦੇ ਆ, ਪੰਜਾਬ ਵੀ ਤੁਰਦਾ। ਜਦ ਦੇ ਮਾਨ ਸਾਹਿਬ ਐਮਪੀ ਬਣਿਆ, ਲਗਾਤਾਰ ਵਿਵਾਦ ਖੜੇ ਹੋ ਰਹੇ। ਹਰੇਕ ਦਫ਼ਤਰ 'ਚ ਜਦ ਤੁਸੀਂ ਜਾਓਗੇ, ਉੱਥੇ ਤੁਹਾਨੂੰ ਇੱਕ ਮਾਰਕਸਵਾਦੀ ਸੋਚ, ਇੱਕ ਨਾਸਤਿਕ ਸੋਚ ਦੀ ਪ੍ਰਤੀਕ ਭਗਤ ਸਿੰਘ ਦੀ ਫੋਟੋ ਦਿਖੂਗੀ। ਠੀਕ ਹੈ ਨਾ ਜੀ? ਜਿਹੜਾ ਇਨਕਲਾਬ ਉਹ ਚਾਹੁੰਦੇ ਆ, ਉਹ ਭਾਰਤ 'ਚ ਨਹੀਂ ਉਹਦੀ ਸੋਚ ਵਿਚਾਰਧਾਰਾ ਜੰਮੀ, ਉਹ ਜੰਮੀ ਹੈ ਇੰਗਲੈਂਡ 'ਚ। ਇੰਗਲੈਂਡ 'ਚ ਮਹਾਰਾਜਾ ਰਣਜੀਤ ਸਿੰਘ ਦੀ ਸੋਚ ਹੋਵੇ, ਸਿੰਘ ਸਭਾ ਦੀ ਸੋਚ ਹੋਵੇ, ਉਸ ਲਹਿਰ ਤੇ ਅਸੀਂ ਆਪਣੀ ਕੌਮ ਨੂੰ ਤੋਰਨਾ ਚਾਹੁੰਦੇ ਹੋ। ਤੇ ਸਾਡੇ ਉੱਤੇ ਹਰੇਕ ਧੱਕੇ ਨਾਲ ਕਹਿੰਦਾ ਕਿ ਤੁਸੀਂ ਬਾਹਰਲੀ ਮਾਰਕਸਵਾਦੀ ਸੋਚ, ਨਾਸਤਿਕ ਸੋਚ ਤੁਸੀਂ ਅਪਣਾਓ। ਇਹ ਸਟੇਟ ਦਾ ਜਬਰ ਹੈ, ਇਹ ਸਟੇਟ ਨੂੰ ਤਾਕਤ ਦਿੰਦਾ ਹੈ। ਜਿਹੜੇ ਸਟੇਟ 'ਚ ਮਾਰਕਸਵਾਦੀ ਸੋਚ ਆ ਪੈਦਾ ਹੋਈ ਹੈ, ਘੱਟ ਗਿਣਤੀਆਂ ਦਾ ਹਰੇਕ ਚਿੰਨ੍ਹ ਖਤਮ ਕੀਤਾ ਗਿਆ। ਚਾਹੇ ਰਸ਼ੀਆ ਦੇ ਵਿੱਚ ਆਰਥੋਡਾਕਸ ਚਰਚ ਹੋਏ, ਚਾਹੇ ਅੱਜ ਵੀਗਰ ਚਾਈਨਾ ਦੇ ਵਿੱਚ ਮਾਰਕਸਵਾਦੀ ਸੋਚ ਅਧੀਨ ਉਹਨਾਂ ਦੀ ਸੋਚ ਖਤਮ ਕੀਤੀ ਜਾ ਰਹੀ ਹੈਗੀ ਹੈ। ਉਹਨਾਂ ਨੂੰ ਹਾਨ ਚਾਈਨੀਜ਼ ਬਣਾਇਆ ਜਾ ਰਿਹਾ। ਜਿਵੇਂ ਭਗਤ ਸਿੰਘ ਜੀ ਕਹਿੰਦੇ ਸੀ ਕਿ ਦੇਵਨਾਗਰੀ ਲਿਪੀ ਤੇ ਹਿੰਦੀ ਸਾਡੇ ਦੇਸ਼ ਦੀ ਭਾਸ਼ਾ ਹੋਣੀ ਚਾਹੀਦੀ ਹੈ, ਸ਼ੇਖ ਬਾਬਾ ਫਰੀਦ, ਗੁਰੂ ਅੰਗਦ ਸਾਹਿਬ ਦੀ ਸੋਚ ਨੂੰ ਭੰਗ ਕਰਨਾ ਚਾਹੁੰਦੇ ਆ, ਦੇ ਸਾਨੂੰ ਸਾਡੇ ਗੁਰੂਆਂ ਤੋਂ ਵਾਂਝਾ ਕਰਨਾ ਚਾਹੁੰਦੇ ਆ, ਜਿਸ ਦਾ ਪ੍ਰੋਟੈਸਟ ਅਸੀਂ ਲਿਖਿਤ ਰੂਪ 'ਚ ਜਮਹੂਰੀਅਤ ਪਸੰਦ ਤਰੀਕੇ ਨਾਲ, ਕਾਨੂੰਨ ਪਸੰਦ ਤਰੀਕੇ ਨਾਲ ਲਿਖਿਤ ਉੱਥੇ ਬੇਨਤੀ ਕਰਕੇ ਆਏ ਆ। ਉੱਥੇ ਗੋਲੀਆਂ ਨਹੀਂ ਚਲਾਈਆਂ, ਬੰਬ ਨਹੀਂ ਸਿੱਟੇ। ਅਸੀਂ ਜਮਹੂਰੀਅਤ ਪਸੰਦ ਤਰੀਕੇ ਨਾਲ ਤੁਰ ਰਹੇ ਹਾਂ। ਹੁਣ ਆਵਾਜ਼ ਚੱਕ ਲਈ, ਪਰ ਜਿਹੜੇ ਪਹਿਲਾਂ ਗੱਦੀਆਂ ਦੇ ਬਿਰਾਜਮਾਨ ਨੇ, ਐਜੀਪੀਸੀ ਨੂੰ ਚਲਾਉਂਦੇ ਆ, ਸਾਂਭਦੇ ਆ ਹੁਣ ਤੱਕ, ਉਹ ਫਿਰ ਕਿੱਥੇ ਸੀ? ਉਹ ਕਿਉਂ ਸੁੱਤੇ ਰਹੇ ਜੇ ਐਡੀ ਖਤਰਨਾਕ? ਉਹ ਉਸ ਗੁਲਾਮੀ 'ਚ ਫਸੇ ਹੋਏ ਆ ਜਿਹੜੀ ਕਹਿੰਦੀ ਹੈ 328 ਸਰੂਪ ਗਾਇਬ ਹੋ ਜਾਣ ਔਰ ਉਹਦਾ ਕੋਈ ਇਨਵੈਸਟੀਗੇਸ਼ਨ ਨਾ ਹੋਏ, ਉਹਦੇ ਵਿੱਚ ਕੋਈ ਪੁਲਿਸ ਦੀ ਇਨਵੈਸਟੀਗੇਸ਼ਨ ਨਾ ਹੋਏ। ਉਹ ਸੋਚ ਹੈ ਜਿਹੜੀ 1984 'ਚ ਸਾਡਾ ਕਤਲੇਆਮ ਕਰਾ ਕੇ ਉਹਦੀ ਕੋਈ ਵੀ ਸਾਨੂੰ ਜਸਟਿਸ ਨਹੀਂ ਮਿਲੀ ਹੈਗੀ ਆ। ਸਾਡੀ ਬਿਲਕੁਲ ਵੀ ਕਿਤੇ ਵੀ ਸਾਨੂੰ ਕੋਈ ਜਸਟਿਸ ਨਹੀਂ ਮਿਲੀ ਹੈਗੀ ਹੈ। ਬੇਅੰਤ ਵਰਗੇ ਬੁੱਚੜਾਂ ਨੇ, ਖਾਲੜੇ ਸਾਹਿਬ ਨੇ ਜਿਹੜੇ ਉੱਥੇ ਸਿੱਖਾਂ ਦੇ ਕਤਲ ਕੀਤੇ, ਉਹਦੀ ਜਸਟਿਸ ਨਹੀਂ ਮਿਲੀ ਹੈਗੀ ਆ। ਇਹ ਸਾਡੀ ਗੁਲਾਮੀ ਹੈ, ਸਾਡੇ ਉੱਤੇ ਥੋਪੀ ਜਾਂਦੀ ਹੈ, ਸਾਨੂੰ ਜ਼ਬਰ ਨਾਲ ਮਨਾਇਆ ਜਾਂਦਾ ਹੈ। ਸਾਡੇ ਪਾਰਟੀ ਦੇ ਜਥੇਦਾਰ ਚੱਕ ਕੇ ਜੇਲ੍ਹਾਂ 'ਚ ਪਾਏ ਜਾਂਦੇ ਆ ਜਦ ਉਹ ਆਪਣੀ ਜ਼ਬਾਨ ਖੋਲ੍ਹਦੇ ਹੈਗੇ ਆ। ਇਸ ਜ਼ਬਰ ਨੇ ਉਹਦੇ ਅਧੀਨ ਇਹ ਤੁਰਦੇ ਹੈਗੇ ਆ, ਜਿਸ ਕਰਕੇ ਸਾਡੀ ਜਮਹੂਰੀਅਤ ਵੀ ਇਹਨਾਂ ਨੇ ਭੰਗ ਕਰਤੀ ਹੈਗੀ ਆ। ਨੋ ਇਲੈਕਸ਼ਨ ਇਨ ਦ ਲਾਸਟ 10 years ਤੇ ਇੰਨੀਆਂ ਕੁੜੈਤਾਂ ਗੁਰੂ ਸਾਹਿਬ ਹੀ ਗਵਾਤੇ ਇਹਨਾਂ ਨੇ। ਐਂਡ ਦੈਟ ਇਜ਼ ਸਾਡੀ ਗਰੀਬੀ ਆ। ਉਸ ਮੁਸ਼ਕਲਾਂ 'ਚ ਅਸੀਂ ਫਸੇ ਹੋਏ ਆ। ਜੇ ਅਸੀਂ ਆਪਣੇ ਵਿਰੋਧੀਆਂ ਦੇ ਵਰਖਲਾਫ ਮੂੰਹ ਵੀ ਖੋਲ੍ਹਦੇ ਆ, ਸਾਰੀ ਝੁੰਡ ਵਾਂਗੂ ਸਾਨੂੰ ਪੈ ਜਾਂਦੇ ਆ ਕਿ ਚੁੱਪ ਕਰੋ, ਚੁੱਪ ਕਰੋ, ਇਹ ਨਹੀਂ, ਉਹ ਨਹੀਂ, ਇਹ ਨਹੀਂ। ਬਟ ਦ ਫੈਕਟ ਇਜ਼ ਅਸੀਂ ਆਪਦੇ ਗੁਰੂ ਸਾਹਿਬਾਨਾਂ ਦੀ ਸੋਚ ਤੇ ਤੁਰਨ ਨੂੰ ਅਸੀਂ ਦ੍ਰਿੜ ਇਰਾਦੇ ਨਾਲ ਜਮਹੂਰੀਅਤ ਪਸੰਦ, ਅਮਨ ਪਸੰਦ, ਕਾਨੂੰਨ ਪਸੰਦ ਤਰੀਕੇ
ਨਾਲ ਤੁਰਨ ਨੂੰ ਅਸੀਂ ਆਏ ਹਾਂ। ਇਲੈਕਸ਼ਨਾਂ 'ਚ ਅਸੀਂ ਜੂਝਦੇ ਹਾਂ, ਉੱਥੇ ਲੜਦੇ ਹਾਂ, ਉੱਥੇ ਜਿੱਤਦੇ ਹਾਂ, ਉੱਥੇ ਆਵਾਜ਼ ਉਠਾਉਂਦੇ ਹਾਂ। ਅਸੀਂ ਨਹੀਂ ਪਿਸਤੌਲਾਂ ਦੀ ਸਿਆਸਤ ਖੇਡਣੀ, ਅਸੀਂ ਬੰਬਾਂ ਦੀ ਨਹੀਂ ਖੇਡਣੀ। ਇਹ ਹੋਰ ਜਿਹੜੇ ਕਰਦੇ ਆ ਉਹਨਾਂ ਦੀ ਲੋੜ ਹੈਗੀ ਹੈ, ਸਾਡੀ ਨਹੀਂ ਹੈਗੀ। ਅਸੀਂ ਤਾਂ ਐਂ ਤੁਰਾਂਗੇ, ਅਸੀਂ ਸਿੰਘ ਸਭਾ ਨੂੰ ਆਪਣਾ ਮਾਡਲ ਮੰਨ ਕੇ ਤੁਰਾਂਗੇ। ਠੀਕ ਹੈ, ਇੱਕ ਫੋਟੋ ਦੀ ਗੱਲ ਕੀਤੀ ਹੈ ਹੁਣੇ ਕਿ ਫੋਟੋਆਂ ਉਹਦੇ ਵਿੱਚ ਹਰ ਆਫਿਸ ਦੇ ਵਿੱਚ ਭਗਤ ਸਿੰਘ ਦੀ ਆ ਗਈ ਆ ਤੇ ਹੋਰ ਫੋਟੋਆਂ ਲੱਗਣ ਲੱਗ ਗਈਆਂ ਤੇ ਜਿਹੜੀ ਹੈ ਮਹਾਰਾਜਾ ਰਣਜੀਤ ਸਿੰਘ ਦੀ ਗਾਇਬ ਹੋ ਗਈ। ਉਹ ਲੱਗਦਾ ਕਿ ਉਹ ਵੀ ਸਾਜ਼ਿਸ਼ ਫਿਰ ਸਾਜ਼ਿਸ਼ ਕੀਤੀ ਗਈ ਹੈ। ਸਾਡਾ ਰਾਜ ਤਾਂ ਬਿਲਕੁਲ, ਜਿੱਥੇ ਵੀ ਸਾਡੇ ਰਾਜ ਦੇ ਚਿੰਨ੍ਹ ਹੈ, ਸਾਡੀ ਸੋਚ ਦੇ ਚਿੰਨ੍ਹ ਹੈ, ਖਤਮ ਕਰਨ ਤੇ ਸਟੇਟ ਆਇਆ ਹੋਇਆ। ਸਾਨੂੰ ਸਾਨੂੰ ਉਹ ਇਸ ਕਰਕੇ ਕਿ ਉਹ ਸਾਡੇ ਰਾਜ ਨਾਲ ਸਹਿਮਤ ਹੀ ਨਹੀਂ ਹੈ। ਗਾਂਧੀ ਨਹਿਰੂ ਨੇ ਕਿਹਾ ਸੀ ਯੂ ਫੀਲ ਫਰੀडम, ਸਾਨੂੰ ਤਾਂ ਜੈਨੋਸਾਈਡ ਕਰਤਾ, ਸਾਨੂੰ ਮਾਰਤਾ। ਹੋਂਦ ਚਿੱਲਰ 'ਚ ਸਾਰਾ ਪਿੰਡ ਦਾ ਪਿੰਡ ਉਜਾੜਤਾ, ਅੱਜ ਤੱਕ ਕੋਈ ਉਹਦਾ ਇਨਸਾਫ ਨਹੀਂ। ਦਿੱਲੀ 'ਚ ਕਤਲੇਆਮ ਕਰਤਾ, ਉਹਦਾ ਕੋਈ ਇਨਸਾਫ ਨਹੀਂ। ਖਾਲੜਾ ਸਾਹਿਬ ਨੇ ਜਿਹੜੀਆਂ ਕਾਢਾਂ ਕੱਢੀਆਂ, ਉਹਦਾ ਕੋਈ ਇਨਸਾਫ ਨਹੀਂ ਹੈਗਾ। ਦੇ ਵਾਂਟ ਟੂ ਕਿਲ ਅਸ ਐਂਡ ਫਿਨਿਸ਼ ਅਸ। ਸਾਡੀ ਵਿਚਾਰ ਨੂੰ ਵੀ ਖਤਮ ਕਰਨਾ ਚਾਹੁੰਦੇ ਆ। ਜਿਹੜੀ ਨਾਸਤਿਕਤਾ ਇਹਨਾਂ ਨੇ ਹਰਿਮੰਦਰ ਸਾਹਿਬ 'ਚ ਵਾੜਤੀ ਹੈਗੀ ਆ, ਸਾਡੀ ਸੋਚ ਨੂੰ ਇਹ ਖਤਮ ਕਰਨਾ ਚਾਹੁੰਦੇ ਆ। ਇੰਦਰਾ ਗਾਂਧੀ ਨੂੰ ਸਰੋਪਾ ਦੇਣ ਵਾਲੀ ਗੱਲ ਵੀ ਸਾਹਮਣੇ ਬਹੁਤ ਅੱਜ ਕੱਲ੍ਹ ਇਸ਼ੂ ਬਣੀ ਹੋਈ ਹੈ ਕਿ ਸਰੋਪਾ ਦੇਣ ਨੂੰ ਕਿਹਾ ਸੀ ਕਿ ਸਰੋਪਾ ਦਿੰਦੇ ਸ਼ਾਇਦ ਜਿਹੜਾ ਉਹ ਜਿਹੜੀ ਪ੍ਰੋਬਲਮਸ ਵੱਡੀਆਂ ਬਣੀਆਂ ਨੇ ਉਹ ਨਾ ਬਣ। ਇਹ ਸਾਈਡ ਇਸ਼ੂਜ਼ ਹੈ, ਇਹ ਅਰੂੜ ਸਿੰਘ ਤੇ ਉਹਨਾਂ ਦੀ ਕੰਪੈਰੀਜ਼ਨ ਹੈਗੀਆਂ। ਇਹਦੇ ਨਾਲ ਕੋਈ ਨਹੀਂ ਮੈਂ ਜ਼ਿਆਦਾ ਸਹਿਮਤ ਹੈਗਾ। ਸਪਸ਼ਟ ਗੱਲ ਇਹ ਹੈ ਕਿ ਊਧਮ ਸਿੰਘ ਨੇ ਠੀਕ ਕੰਮ ਕੀਤਾ ਹੈਗਾ, ਬੜਾ ਵਧੀਆ। ਉਹਨੇ ਜਿਹੜੇ ਬੰਦੇ ਨੇ ਬੁੱਚੜਬਾਜੀ ਕੀਤੀ ਆ ਉਹਦਾ ਨਿਸ਼ਾਨਾ ਕੀਤਾ, ਉਹ ਸਾਡਾ ਹੀਰੋ ਹੈ, ਅਸੀਂ ਮੰਨਦੇ ਹਾਂ ਉਹਨੂੰ। ਪਰ ਬੇਕਸੂਰਾਂ ਨੂੰ ਗੋਲੀਆਂ ਮਾਰ ਦੇਣੀਆਂ, ਫਿਰ ਬੰਬ ਸਿੱਟ ਦੇਣੇ ਜਮਹੂਰੀਅਤ ਪਸੰਦ ਸੰਸਥਾ 'ਚ, ਅਸੀਂ ਇਹਦੇ ਨਾਲ ਨਹੀਂ ਸਹਿਮਤ। ਊਧਮ ਸਿੰਘ ਨੇ ਠੀਕ ਹੈ, ਊਧਮ ਸਿੰਘ ਨੇ ਜਿਹੜਾ ਜਾ ਕੇ ਬਾਹਰ ਗੋਲੀ ਮਾਰੀ ਕਿਉਂਕਿ ਉਹਨੇ ਆਰਡਰ ਦਿੱਤੇ ਸੀਗੇ ਗੋਲੀ ਮਾਰਨ ਦੇ ਜਲ੍ਹਿਆਂਵਾਲੇ ਬਾਗ ਦੇ ਵਿੱਚ। ਤੇ ਪਰ ਜਿਹੜੇ ਭਗਤ ਸਿੰਘ ਨੇ ਜਾਂ ਉਹਨਾਂ ਦੇ ਸਾਥੀਆਂ ਨੇ ਜਿਹਨੂੰ ਪਹਿਲਾਂ ਗੋਲੀ ਮਾਰੀ ਆ, ਠੀਕ ਹੈ, ਇੱਕ ਸਿਪਾਹੀ ਨੂੰ ਮਾਰਦੇ ਆ, ਬੇਕਸੂਰ ਮਾਰ ਲੈਂਦੇ, ਦੂਜੇ ਨੂੰ ਮਾਰਦੇ ਆ ਅੰਗਰੇਜ਼ ਅਫਸਰ ਨੂੰ, ਉਹ ਵੀ ਤਾਂ ਫਿਰ ਇਹੀ ਹੱਲ ਕਰਦਾ ਸੀ। ਉਹ ਵੀ ਤਾਂ ਜਿਹੜਾ ਆ ਸੌਂਡਰਸ ਤਾਂ ਨਵਾਂ ਭਰਤੀ ਹੋਇਆ ਸੀ, ਨਾਂ ਲਿੱਤਾ ਸਕਾਟ ਦਾ, ਆਪਣੇ ਪੇਪਰ ਬਦਲ ਕੇ ਉਹਨੂੰ ਸੌਂਡਰਸ ਲਿਖਤਾ ਹੈਗਾ। ਚੰਨਣ ਸਿੰਘ ਇੱਕ ਸਿੱਖ ਸੀਗਾ, ਉਹਨੂੰ ਮਾਰਤਾ ਹੈਗਾ। ਐਵੇਂ ਨਹੀਂ ਮਾਰਿਆ, ਪਹਿਲਾਂ ਰਾਜਗੁਰੂ ਨੇ ਗੋਲੀ ਮਾਰੀ, ਫਿਰ ਉੱਥੇ ਆ ਕੇ ਨਾਲ ਖੜ ਕੇ ਉਹਨੂੰ ਪਿਸਤੌਲ ਨਾਲ ਮਾਰਿਆ ਹੈਗਾ। ਸੋ ਲੁੱਕ, ਸਾਡਾ ਰਾਹ ਹੈਗਾ ਸਿੰਘ ਸਭਾ ਦਾ, ਜੋ ਗੁਰੂ ਸਾਹਿਬਾਨਾਂ ਨੇ ਸਾਨੂੰ ਤੋਰਿਆ ਹੈਗਾ। ਅਸੀਂ ਉਹਦੀ ਗੱਲ ਕਰਨਾ ਚਾਹੁੰਦੇ, ਉਹਨੂੰ ਉਭਾਰਨਾ ਚਾਹੁੰਦੇ ਹੈਗੇ ਆ। ਸਾਨੂੰ ਆਪਣੇ ਗੁਰੂ ਘਰ 'ਚ ਨਾਸਤਿਕ ਸੋਚ, ਨਾਸਤਿਕ ਵਿਚਾਰਧਾਰਾ ਜਿਹੜੀ ਗੁਰੂਆਂ ਨੂੰ ਭੰਡ ਕਰਦੀ ਹੈ, ਜਿਹੜੀ ਇੱਕ ਬਾਹਰਲੀ ਵੈਸਟਰਨ ਆਈਡੀਓਲੋਜੀ ਕਮਿਊਨਿਜ਼ਮ ਦੀ ਸਾਡੇ ਉੱਤੇ ਥੋਪਦੀ ਹੈ, ਅਸੀਂ ਵੰਡ ਛਕੋ ਦੇ ਪ੍ਰਚਾਰ ਕਰਨਾ ਚਾਹੁੰਦੇ ਹਾਂ। ਇਹ ਮਾਰਕਸ ਦੀ ਸੋਚ ਲੈ ਕੇ ਆਉਣਾ ਚਾਹੀਦਾ। ਸਾਡੇ ਗੁਰੂਆਂ ਨੇ ਗਰੀਬਾਂ ਵਾਸਤੇ ਕੀ ਨਹੀਂ ਕੀਤਾ ਹੈਗਾ, ਅਸੀਂ ਮਾਰਕਸ ਦੇ ਚੇਲੇ ਬਣ ਕੇ ਕਿਉਂ ਉਹ ਕਰੀਏ? ਇਹ ਤਾਂ ਗੁਲਾਮੀ ਹੈ ਉਸ ਸੋਚ ਦੀ। ਭਗਤ ਸਿੰਘ ਜੀ ਇੱਕ ਗੁਲਾਮ ਸੋਚ ਦੇ ਅਧੀਨ ਤੁਰੇ ਹੈ ਕਿ ਬਾਹਰਲੀ ਸੋਚ ਸਾਡੇ ਗੁਰੂਆਂ ਦੀ ਸੋਚ ਤੋਂ ਉੱਤੇ ਉਹਨਾਂ ਨੇ ਮੰਨੀ ਹੈ। ਅਸੀਂ ਨਹੀਂ ਮੰਨਦੇ, ਅਸੀਂ ਗੁਰੂਆਂ ਨੂੰ ਮੰਨਦੇ। ਬਿਲਕੁਲ ਆਪਾਂ ਗੁਰੂ ਨੂੰ ਮੰਨਦੇ ਆ, ਪਰ ਕੌਣ ਆ ਫਿਰ ਪਿੱਛੇ ਕੌਣ ਉਹ ਲੋਕ ਨੇ ਜਿਹੜੇ ਜਾਣਬੁੱਝ ਕੇ ਹੁਣ ਹਜੇ ਵੀ ਇਹ ਵਿਵਾਦ ਪੈਦਾ ਕਰਦੇ ਆ? ਤੁਸੀਂ ਆਏ ਹੋ, ਤੁਸੀਂ ਪੁੱਛਣ ਆਏ ਹੋ, ਤੁਹਾਡੇ ਵਰਗੇ ਹੀ ਹੈ ਪ੍ਰੈਸ ਵਾਲੇ, ਜਿਨ੍ਹਾਂ ਦੇ ਬਜਟ ਜਿਹੜੀਆਂ ਪਾਰਟੀਆਂ ਭਰਦੀਆਂ, ਜਿਨ੍ਹਾਂ ਨੂੰ ਇਹਨਾਂ ਦਾ ਫਾਇਦਾ ਹੈ, ਉਧਰ ਨੂੰ ਝਾਕੋ। ਕਿਹਦਾ ਬਜਟ ਵੱਧਦਾ ਹੈ, ਕਿਹੜਾ ਬਜਟ ਸੋਸ਼ਲ ਮੀਡੀਆ 'ਤੇ ਜ਼ਿਆਦਾ ਪ੍ਰਚਾਰ ਕਰਨ 'ਤੇ ਲੱਗਿਆ। ਤੁਸੀਂ ਆਪਣੇ ਨਿਊਜ਼ ਮੀਡੀਆ ਦੀ ਫੰਡਿੰਗ ਦੇਖੋ ਕਿੱਥੋਂ ਹੋ ਰਹੀ ਹੈ। ਸਾਡੇ ਕੋਲੇ ਤਾਂ ਪੈਸੇ ਹੈ ਨਹੀਂ, ਸਾਨੂੰ ਤਾਂ ਹਰੇਕ ਪੁੱਛਣ ਆ ਜਾਂਦਾ ਤੁਸੀਂ ਦੱਸੋ PTV ਦੇ ਪਿੱਛੇ ਕਿਹੜਾ ਪੈਸਾ ਆ ਰਿਹਾ ਹੈਗਾ? ਜਿਹੜੇ BJP ਫੰਡ ਕਰਦੇ ਆ ਚੈਨਲ, ਉਹ ਕਿਉਂ ਇਸ ਨੂੰ ਉਛਾਲ ਰਹੇ ਹੈਗੇ ਆ? ਜਿਹੜੀ ਕਾਂਗਰਸ ਫੰਡ ਕਰਦੀ ਉਹ ਕਿਉਂ ਉਛਾਲ ਰਹੇ ਹੈਗੇ ਆ? ਉਹ ਸਾਡੀ ਗੁਰੂਆਂ ਦੀ ਸੋਚ ਨੂੰ ਭੰਡ ਕਰਨ ਵਾਸਤੇ ਤੇ ਸਾਡੇ ਉੱਤੇ ਨਾਸਤਿਕ ਕਮਿਊਨਿਸਟ ਸੋਚ ਜਬਰ ਨਾਲ ਕਰਨ ਵਾਸਤੇ। ਸਿੱਧੇ ਸ਼ਬਦਾਂ 'ਚ ਕਹੀਏ ਕਿ ਲੌਬਿੰਗ ਕੀਤੀ ਜਾ ਰਹੀ ਹੈ, ਜੇ ਤੁਸੀਂ ਕਹਿੰਦੇ ਹੋ ਕਿ ਪੈਸਾ ਇਕੱਠਾ ਕਰਕੇ ਜਿਹੜੀ ਇਹ ਕਰਦੇ। ਪੈਸਾ ਇਕੱਠਾ ਕਰਕੇ ਨਹੀਂ, ਪੈਸਾ ਲਾ ਕੇ, ਮਤਲਬ ਚੈਨਲਾਂ ਤੋਂ ਜਿਹੜਾ ਆ ਫੰਡਿੰਗ ਕਰਕੇ ਤੇ ਲੌਬਿੰਗ ਕੀਤੀ ਜਾ ਰਹੀ ਹੈ। ਜਿੱਥੋਂ ਜਿਹੜਾ 2 ਮਿੰਟ, ਮੈਂ ਇੱਕ ਪੱਤਰਕਾਰ ਨੂੰ ਉਹਦੇ ਬਿਜ਼ਨਸ ਸਮਝਾਉਣ ਵਾਸਤੇ ਉਰੇ ਨਹੀਂ ਬੈਠਾ, ਤੁਸੀਂ ਆਪ ਸਪਸ਼ਟ ਕਰੋ। ਹਾਂਜੀ, ਕੌਣ ਫਿਰ ਕੀ ਡਰ ਕੀ ਆ ਜਿਹੜੇ ਲੌਬਿੰਗ ਕਰਦੇ ਨੇ? ਉਹਨਾਂ ਨੂੰ ਕੀ ਖਤਰਾ ਹੈਗਾ? ਜੇ ਅਸੀਂ ਕਹਿੰਦੇ ਅਸੀਂ 2% ਵਾਲੇ ਆ, ਫਿਰ ਕੀ ਖਤਰਾ ਆ? ਉਹ ਤਾਂ ਫਿਰ ਬਹੁਤੇ ਨੇ, ਉਹਨਾਂ ਨੂੰ ਕੀ ਡਰ ਪੈ ਗਿਆ ਸਾਤੋਂ ਜਿਹੜਾ ਇਸ ਤਰੀਕੇ ਨਾਲ ਜਿਹੜਾ ਲਗਾਤਾਰ ਅਸੀਂ ਜਮਹੂਰੀਅਤ ਪਸੰਦ, ਅਮਨ ਪਸੰਦ, ਕਾਨੂੰਨ ਪਸੰਦ ਤਰੀਕੇ ਨਾਲ ਤੁਰ ਕੇ ਲੋਕਾਂ ਦੀ ਸੋਚ ਨੂੰ ਗੁਰੂ ਸਾਹਿਬ ਤੇ ਗੁਰੂ ਘਰ ਨਾਲ ਜੋੜਨ ਤੇ ਅਸੀਂ 20-30 ਸਾਲਾਂ 'ਚ ਲੱਗੇ ਰਹੇ ਹਾਂ।
ਉਹ ਹੁਣ ਉੱਭਰ ਕੇ ਸੰਗਰੂਰ ਨੇ ਇੱਕ ਫਤਵਾ ਦਿੱਤਾ ਹੈ, ਉਹ ਫਤਵਾ ਵਧੇ ਨਾ, ਉਹਦੇ ਬਰਖਲਾਫ ਇਹ ਕੰਮ ਹੋ ਰਿਹਾ। ਇਹ ਵੀ ਲੱਗਦਾ ਕਿ ਜਿਹੜੇ ਆ ਹੁਣ ਹਾਰ ਸਹੀ ਆ ਜਿਨ੍ਹਾਂ ਨੇ ਸੰਗਰੂਰ ਦੀ ਇਲੈਕਸ਼ਨ ਦੇ ਵਿੱਚ, ਉਹਨਾਂ ਤੋਂ ਹੁਣ ਹਾਰ ਬਰਦਾਸ਼ਤ ਨਹੀਂ ਹੋ ਰਹੀ ਤੇ ਇਸ ਕਰਕੇ ਉਹ ਇਹ ਲਗਾਤਾਰ ਵਾਰ ਤੇ ਵਾਰ ਹੋ ਰਹੇ ਨੇ। ਮੈਂ ਇਹੀ ਕਿਹਾ ਤੁਹਾਨੂੰ ਕਿ ਜਿਨ੍ਹਾਂ ਨੂੰ ਇਸ ਤੋਂ ਖਤਰਾ ਉਹ ਉਭਾਰ ਰਹੇ ਆ। ਠੀਕ ਹੈ, ਹੁਣ ਆਪਾਂ ਜਿਹੜਾ ਥੋੜਾ ਪੋਜ਼ਿਟਿਵ ਪਾਸੇ ਜਾਂਦੇ ਆ, ਸਿਮਰਨਜੀਤ ਸਿੰਘ ਮਾਨ ਹੋਣੀ ਸੰਸਦ ਚਲੇ ਗਏ ਨੇ, ਆਵਾਜ਼ ਬੁਲੰਦ ਹੋਊਗੀ ਪੰਜਾਬ ਨੂੰ ਲੈ ਕੇ। ਕਿਹੜੇ ਮੁੱਖ ਮਸਲੇ ਨੇ ਜਿਹੜੇ ਕਿ ਤੁਸੀਂ ਸੁਜੈਸਟ ਕੀਤੇ ਨੇ ਜਿਨ੍ਹਾਂ ਦੇ ਪਹਿਲਾਂ ਸਭ ਤੋਂ ਪਹਿਲਾਂ ਸਾਡੇ ਪਾਰਟੀ ਨੇ ਮੱਤੇਵਾੜੇ ਦੇ ਜਿਹੜੇ ਜੰਗਲਾਤ ਹੈ, এনवायरमेंट ਹੈ, ਉੱਥੇ ਸਭ ਤੋਂ ਵੱਡੀ ਹਾਮੀ ਭਰੀ ਆ। ਵੱਧ ਤੋਂ ਵੱਧ ਉੱਥੇ ਅਸੀਂ ਗਏ ਆ, ਅਗਲੇ ਦਿਨ ਹੀ ਤਬਦੀਲੀ ਆ ਗਈ ਹੈ। ਪ੍ਰਧਾਨ ਸਾਹਿਬ ਡੇਲੀ ਲੋਕ ਸਭਾ ਅਟੈਂਡ ਕਰਦੇ ਆ, ਇੱਕ ਦਿਨ ਨਹੀਂ ਮਿਸ ਕਰਦੇ, ਕਮੇਟੀ ਦੀ ਮੀਟਿੰਗ ਨਹੀਂ ਮਿਸ ਕਰਦੇ ਜਿੱਥੇ ਉਹਨਾਂ ਨੇ ਸਿੱਖ ਜੱਜਾਂ ਦੀ ਆਵਾਜ਼ ਉਠਾਈ ਹੈ ਤੇ ਹੋਰ ਮਸਲੇ ਤੇ ਉੱਤੇ ਤੁਸੀਂ ਉਹਨਾਂ ਦੇ ਪੁਰਾਣੇ ਵੀਡੀਓ ਦੇਖ ਲਓ। ਵੀ ਬਲੀਵ ਇਨ ਅ ਡੈਮੋਕ੍ਰੈਟਿਕ ਪੀਸਫੁਲ ਲਾਫੁਲ ਫੰਕਸ਼ਨਿੰਗ, ਤੇ ਉਹ ਕਰ ਰਹੇ ਆ। ਉਹਨਾਂ ਦੀ ਪ੍ਰਦਰਸ਼ਨੀ ਪਹਿਲਾਂ ਵੀ ਹੈ, ਹੁਣ ਵੀ ਹੈ। ਪ੍ਰਧਾਨ ਸਾਹਿਬ ਭਗਤ ਸਿੰਘ ਦੀ ਲੀਹ ਤੇ ਉੱਥੇ ਜਾ ਕੇ ਬੰਬ ਸੁੱਟਣ ਨਹੀਂ ਗਏ, ਨਾ ਉੱਥੇ ਗੋਲੀਆਂ ਮਾਰਨ ਨੂੰ ਗਏ ਹੈਗੇ ਆ। ਉਹ ਆਪਣੇ ਇਲਾਕੇ ਦੀ ਗੱਲ ਕਰ ਰਹੇ ਆ ਤੇ ਕਰਦੇ ਰਹਿਣਗੇ। ਫਿਰ ਸਿੱਖੀ ਦੀ ਗੱਲ ਕਿਵੇਂ ਕਰਾਂਗੇ? ਐਸਜੀਪੀਸੀ ਨੂੰ ਜਿਹੜਾ ਹੁਣ ਇੱਕ ਸੁਧਾਰਨ ਦੀ ਗੱਲ 15 ਸਤੰਬਰ ਨੂੰ ਇੰਟਰਨੈਸ਼ਨਲ ਡੇ ਆਫ ਡੈਮੋਕ੍ਰੇਸੀ ਯੂਨਾਈਟਿਡ ਨੇਸ਼ਨਸ ਨੇ ਮਨਾਇਆ। ਸਾਡੇ ਗੁਰੂ ਘਰਾਂ 'ਚ ਜਮਹੂਰੀਅਤ ਖਤਮ ਕੀਤੀ ਹੈ। ਲੋਕਲ ਗੁਰਦੁਆਰੇ 20-20 ਸਾਲ ਉਹਨਾਂ ਵਿੱਚ ਕੋਈ ਇਲੈਕਸ਼ਨ ਨਹੀਂ ਹੋਇਆ। ਐਸਜੀਪੀਸੀ 'ਚ 11 ਸਾਲ ਹੋ ਗਏ ਹੈਗੇ ਆ। ਜਿਹੜੀ ਸੁਪਰੀਮ ਕੋਰਟ ਕੇਸਵਨੰਦ ਭਾਰਤੀ ਇੱਕ ਬਹੁਤ ਫੇਮਸ ਕੇਸ ਆ, ਉਸ 'ਚ ਉਹਨੇ ਆਪਣੀ ਜੱਜਮੈਂਟ ਦਿੱਤੀ ਹੈ। ਉਸ 'ਚ ਕਹਿੰਦੇ ਆ ਡੈਮੋਕ੍ਰੇਸੀ ਇਜ਼ ਦ ਬੇਸਿਕ ਸਟਰਕਚਰ ਆਫ ਇੰਡੀਆ ਐਂਡ ਇਲੈਕਸ਼ਨਸ ਆਰ ਦ ਬੇਸਿਕ ਸਟਰਕਚਰ ਆਫ ਡੈਮੋਕ੍ਰੇਸੀ। ਠੀਕ ਹੈ ਨਾ ਜੀ। ਜਿਹੜਾ ਇਹ ਦੇਸ਼ ਉਹਦੀਆਂ ਨੀਹਾਂ ਡੈਮੋਕ੍ਰੇਸੀ ਹੈ, ਡੈਮੋਕ੍ਰੇਸੀ ਦੀਆਂ ਨੀਹਾਂ ਇਲੈਕਸ਼ਨ ਹੈ। ਸਾਡੇ ਇਲੈਕਸ਼ਨ ਦੇਸ਼ ਭੰਗ ਕਰ ਕਰਕੇ ਹਮੇਸ਼ਾ ਸਾਡੇ ਖੁਰਦ-ਬੁਰਦ ਕਰਕੇ ਇਲੈਕਸ਼ਨ ਸਾਡੀਆਂ ਨੀਹਾਂ ਦੀਆਂ ਨੀਹਾਂ ਖੁਰਦ ਕਰ ਰਿਹਾ ਹੈਗਾ, ਖਤਮ ਕਰ ਰਿਹਾ ਹੈਗਾ। ਸਾਡੇ ਗੁਰੂ ਦਾ ਘਰ ਡੇਗ ਰਿਹਾ। ਜਿਹੜੀ ਜਿੱਤ ਸਿੰਘ ਸਭਾ ਲਹਿਰ ਨੇ ਸਾਨੂੰ ਦਿੱਤੀ ਸੀ, ਜਿਹੜਾ ਸਾਡਾ ਘਰ ਬਣਾਇਆ ਸੀ, ਜਿਸ 'ਚ ਯੂਨੀਵਰਸਲ ਸਫਰੇਜ ਬੀਬੀਆਂ ਨੂੰ ਵੋਟ ਪਾਉਣ ਦਾ ਹੱਕ ਦਿੱਤਾ ਸੀ, ਉਹਨੂੰ ਖਤਮ ਕਰਨ ਤੇ ਆਇਆ ਹੋਇਆ ਹੈ। ਸਾਡੇ ਇਲੈਕਸ਼ਨ ਤੋੜ ਤੇ ਸਾਡੇ ਉੱਤੇ ਨਾਸਤਿਕ ਕਮਿਊਨਿਸਟ ਸੋਚ ਪਾਤੀ ਹੈਗੀ ਹੈ। ਔਰ ਅਸੀਂ 15 ਸਤੰਬਰ ਨੂੰ ਇੰਟਰਨੈਸ਼ਨਲ ਡੇ ਆਫ ਡੈਮੋਕ੍ਰੇਸੀ ਤੇ ਉਹੀ ਜਮਹੂਰੀਅਤ ਨੂੰ ਵਰਤ ਕੇ, ਉਹੀ ਕਾਨੂੰਨ ਪਸੰਦ ਤਰੀਕੇ ਨਾਲ, ਅਮਨ ਪਸੰਦ ਤਰੀਕੇ ਨਾਲ ਆਪਣੇ ਹਰੀ ਦੇ ਮੰਦਿਰ ਇਕੱਠੇ ਹੋਵਾਂਗੇ। ਇਕੱਠ ਰਾਹੀਂ ਇਹਨਾਂ ਨੂੰ ਸਿਖਾਵਾਂਗੇ ਕਿ ਅਸੀਂ ਆਪਣੇ ਜਮਹੂਰੀਅਤ ਹੱਕਾਂ ਤੇ ਪਹਿਰਾ ਦੇ ਰਹੇ ਹਾਂ। ਅਸੀਂ ਨਾ ਬੰਬ ਸੁੱਟਣਾ, ਨਾ ਗੋਲੀ ਚਲਾਉਣੀ ਹੈ। ਅਸੀਂ ਆਪਣੇ ਜਮਹੂਰੀਅਤ ਪਸੰਦ ਹੱਕਾਂ ਰਾਹੀਂ ਆਪਣੇ ਹੱਕ ਲੈਣੇ ਹੈ। ਇੱਕ ਕੁਐਸਚਨ ਹੋਰ ਜਿਹੜਾ ਇੰਪੋਰਟੈਂਟ ਹੈਗਾ ਹੈ ਕਿ ਮਾਨ ਸਾਹਿਬ ਨੂੰ ਜਿਹੜਾ ਇਲੈਕਸ਼ਨ 'ਚ ਜਿਤਾਇਆ ਗਿਆ, ਉਹ ਨੌਜਵਾਨਾਂ ਨੇ ਜ਼ਿਆਦਾ ਸਹਿਯੋਗ ਦਿੱਤਾ ਕਿਉਂਕਿ ਨੌਜਵਾਨਾਂ ਨੇ ਆਪਣੀ ਪਸੰਦ ਬਣਾਇਆ ਵੀ ਹਾਂ ਹੁਣ ਜਿਹੜਾ ਬਦਲਾਅ ਦੀ ਲੋੜ ਹੈਗੀ ਆ। ਪਰ ਕੁਝ ਨੌਜਵਾਨ ਐਸੇ ਵੀ ਨੇ ਜਿਹੜੇ ਕਿ ਭਗਤ ਸਿੰਘ ਦੀ ਫੋਲੋਵਰ ਨੇ ਜਾਂ ਉਹਨੂੰ ਫੋਲੋ ਕਰਦੇ, ਉਹਨਾਂ ਨੂੰ ਆਪਣੇ ਨਾਲ ਆਪਾਂ ਕਿਵੇਂ ਜੋੜਾਂਗੇ? ਉਹਨਾਂ ਨੂੰ ਕਿਵੇਂ ਸਮਝਾਵਾਂਗੇ ਕਿ ਸੱਚ ਕੀ ਆ, ਸਹੀ? ਨਾ ਉਹਨਾਂ ਨੂੰ ਗੋਲੀਆਂ ਦੇ ਨਾਲ, ਨਾ ਪਿਸਤੌਲਾਂ ਨਾਲ ਮਜਬੂਰ ਕਰਾਂਗੇ, ਨਾ ਉਹਨਾਂ ਦੇ ਘਰਾਂ 'ਚ ਬੰਬ ਸੁੱਟਾਂਗੇ। ਜਿਹੜੀਆਂ ਗੱਲਾਂ ਹੁਣ ਕਰ ਰਹੇ ਆ ਉਹੀ ਪਿਆਰ ਨਾਲ, ਸਤਿਕਾਰ ਨਾਲ ਉੱਥੇ ਕਰਾਂਗੇ। ਇਹ ਗੱਲ ਜ਼ਰੂਰ ਰੱਖਿਓ ਯਾਦ, ਗੁਰੂ ਘਰ 'ਚ ਨਾਸਤਿਕ ਆ ਜੇ, ਸਾਨੂੰ ਕੋਈ ਪਰਵਾਹ ਨਹੀਂ ਹੈਗੀ। ਆਓ ਗਲੇ ਨਾਲ ਲਾ ਕੇ ਤੁਹਾਨੂੰ ਲੈ ਕੇ ਜਾਵਾਂਗੇ। ਸਭ ਕੁਝ ਗੁਰੂ ਘਰ ਦਾ ਵਰਤੋਂ ਕਰੋ, ਸਭ ਕੁਝ ਕਰੋ। ਇੱਥੇ ਅਸੀਂ ਬਾਰਡਰ ਤੇ ਕੀਤਾ ਹੀ ਹੈ, ਜਦ ਕਿਸਾਨ ਮੋਰਚਾ ਹੋਇਆ, ਗੁਰੂ ਕੇ ਲੰਗਰ ਸਭ ਕੁਝ ਜਾਂਦਾ ਹੈ। ਗੁਰੂ ਘਰ 'ਚ ਨਾਸਤਿਕ ਹੋਣਾ ਨਾ ਹੋਣਾ, ਉੱਥੇ ਆਉਣਾ, ਉਹਨੂੰ ਵਰਤਣਾ, ਉਹਦੇ ਤੇ ਕੋਈ ਪਾਬੰਦੀ ਨਹੀਂ ਹੈਗੀ। ਸਾਡਾ ਇਹ ਹੈ ਕਿ ਜਿੱਥੇ ਮੈਂ ਵਾਹਿਗੁਰੂ 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 ਕਰਦਾ ਜਾਪ ਹਰਿਮੰਦਰ ਸਾਹਿਬ ਜਾਂਦਾ, ਮੱਥਾ ਟੇਕਦਾ, ਉੱਥੇ ਉੱਠ ਕੇ ਜਦ ਮੈਂ ਝਾਕਦਾ, ਮੈਨੂੰ ਆਸ ਹੈ ਕਿ ਮੈਂ ਸ਼ਹੀਦ ਆਜ਼ਮ ਗੁਰੂ ਅਰਜਨ ਦੇਵ ਮਹਾਰਾਜ ਨੂੰ ਦਰਸ਼ਨ ਕਰਾਂ। ਮੇਰਾ ਮਨ ਹੈਗਾ ਮੈਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਦਰਸ਼ਨ ਕਰਾਂ। ਮੇਰਾ ਮਨ ਹੈ ਕਿ ਮੈਂ ਆਪਣੇ ਸਾਹਿਬਜ਼ਾਦਿਆਂ ਦੀ ਸੋਚ ਨੂੰ ਖੜਾ। ਉੱਥੇ ਜਦ ਮੈਂ ਹੱਥ ਜੋੜ ਕੇ ਖੜਾ ਹੁੰਦਾ ਤੇ ਦੀਵਾਰ ਤੇ ਇੱਕ ਨਾਸਤਿਕ ਵੈਸਟਰਨ ਸੋਚ ਨੂੰ ਸਾਡੇ ਉੱਤੇ ਥੋਪਣ ਵਾਲਾ ਉਹ ਸਾਡੇ ਸਾਹਮਣੇ ਆ ਜਾਏ, ਜਿਹੜਾ ਸਿਗਰਟਾਂ ਫੂਕਦਾ ਹੁੰਦਾ ਸੀਗਾ, ਧੂਮਰਪਾਨ ਕਰਦਾ ਹੁੰਦਾ ਸੀ, ਉਹ ਗੁਰੂ ਘਰ 'ਚ ਫੋਟੋ ਮੈਨੂੰ ਦਿਖ ਜੇ, ਮੇਰਾ ਮਨ ਤਾਂ ਥਲ-ਥਲ ਹੁੰਦਾ। ਮੈਂ ਤਾਂ ਜਦ ਦਫ਼ਤਰਾਂ 'ਚ ਵੀ ਜਾਂਦਾ ਹੈ, ਮੈਂ ਤਾਂ ਰੱਬ ਦਾ ਨਾਂ ਲੈ ਕੇ ਉੱਥੇ ਜਾਂਦਾ ਕਿ ਵਾਹਿਗੁਰੂ ਸਾਥ ਨਹੀਂ ਨਿਭਾਈ, ਮੇਰਾ ਕੰਮ ਕਰੀ। ਉੱਥੇ ਜਾ ਕੇ ਮੈਂ ਜਦ ਦੇਖਦਾ ਅਫਸਰ ਇੱਕ ਨਾਸਤਿਕ ਬੰਦੇ ਨੂੰ ਆਪਣੇ ਪਿੱਛੇ ਖੜਿਆ ਹੋਇਆ, ਮੇਰਾ ਮਨ ਕਹਿੰਦਾ ਯਾਰ ਇਹ ਗੁਰੂ ਦੀ ਗੱਲ ਮੰਨਣਗੇ, ਇਹ ਸਾਡੀ ਗੱਲ ਸੁਣਨਗੇ? ਇਹ ਇਹੋ ਜਿਹੇ ਜਬਰ 'ਚ ਅਸੀਂ ਰਹਿ ਰਹੇ ਹਾਂ। ਹੁਣ ਕੀ ਐਕਸ਼ਨ ਫਿਰ ਅਗਲਾ ਹੋਵੇਗਾ ਜੇ 15 ਸਤੰਬਰ ਨੂੰ ਅਸੀਂ ਵਿਸ਼ਾਲ ਇਕੱਠ ਕਰਕੇ ਦੁਨੀਆ 'ਚ ਪ੍ਰਚਾਰ ਕਰਨਾ ਹੈ ਕਿ ਸਾਡੀ ਜਮਹੂਰੀਅਤ
ਭੰਡ ਕੀਤੀ ਹੋਈ ਹੈ। ਸਾਡੀ ਸੋਚ ਦੇ ਉੱਤੇ ਨਾਸਤਿਕਤਾ ਤੇ ਕਮਿਊਨਿਸਟ ਆਈਡੀਓਲੋਜੀ ਬਾਹਰਲੀ ਸਾਡੇ ਉੱਤੇ ਥੋਪਣ ਦਾ ਇਹਨਾਂ ਦੀ ਕੋਸ਼ਿਸ਼ ਹੈ, ਔਰ ਇਸ ਨੂੰ ਅਸੀਂ ਇਕੱਠ ਦੇ ਨਾਲ, ਪਿਆਰ ਨਾਲ, ਜਮਹੂਰੀਅਤ ਪਸੰਦ ਤਰੀਕੇ ਨਾਲ, ਕਾਨੂੰਨ ਪਸੰਦ ਤਰੀਕੇ ਨਾਲ ਅਸੀਂ ਇਹਦਾ ਮੁਕਾਬਲਾ ਕਰਨਾ ਹੈ। ਸੋ ਬਹੁਤ ਬਹੁਤ ਧੰਨਵਾਦ ਆ, ਬੜੀਆਂ ਜਿਹੜੀਆਂ ਅਹਿਮ ਚਰਚਾਵਾਂ ਸੀ ਕਿਉਂਕਿ ਲਗਾਤਾਰ ਸੋਸ਼ਲ ਮੀਡੀਆ ਤੇ ਚੱਲ ਰਹੀਆਂ ਸੀ, ਅਸੀਂ ਸੋਚਿਆ ਕਿ ਮਿਲ ਕੇ ਜਿਹੜੀ ਆ ਉਹ ਕਲੀਅਰ ਕੀਤੀਆਂ ਜਾਣ। ਬਹੁਤ ਬਹੁਤ ਧੰਨਵਾਦ। ਆਪ ਜੀ ਦਾ ਧੰਨਵਾਦ। ਵਾਹਿ ਖਾਲਸਾ ਵਾਹਿ ਫਤਿਹ। ਸੋ ਇਹ ਸਨ ਸਾਡੇ ਨਾਲ ਮਾਨ ਸਿੰਘ ਮਾਨ, ਜਿਹੜੇ ਸਿਮਰਜੀਤ ਸਿੰਘ ਮਾਨ ਦੇ ਸਪੁੱਤਰ ਨੇ, ਜਿਨ੍ਹਾਂ ਨੇ ਚਰਚਾ ਕੀਤੀ ਹੈ ਕਿਉਂਕਿ ਇਹਨਾਂ ਵੱਲੋਂ ਹੀ ਉਹ ਪੱਤਰ ਲਿਖਿਆ ਜਾਂਦਾ ਹੈ ਤੇ ਇਹਨਾਂ ਨੇ ਆਪਣੀ ਸੋਚ ਦੱਸਿਆ ਕਿ ਕਿਸ ਤਰੀਕੇ ਨਾਲ ਸਾਡੇ ਉੱਤੇ ਬਾਹਰਲੀ ਸੋਚ ਹਾਵੀ ਹੋ ਰਹੀ ਹੈ। ਉਸ ਨੂੰ ਲੈ ਕੇ 15 ਸਤੰਬਰ ਦਾ ਦਿਨ ਵੀ ਰੱਖਿਆ ਗਿਆ ਕਿ ਇੱਕ ਮਾਰਚ ਇਕੱਠ ਕਰਕੇ ਜਿਹੜਾ ਫਿਰ ਇਸ ਉੱਤੇ ਜਿਹੜਾ ਲੋਕਾਂ ਨੂੰ ਸਮਝਾਇਆ ਜਾਵੇ, ਚਾਨਣਾ ਪਾਇਆ ਜਾਵੇਗਾ ਤੇ ਜਿਹੜੀਆਂ ਮੌਜੂਦਾ ਸਰਕਾਰ ਆ ਉਸ ਨੂੰ ਵਿਗਾੜਿਆ ਜਾਵੇਗਾ। ਲਗਾਤਾਰ ਜਿਹੜੇ ਮੁੱਦੇ ਇਸ ਸਮੇਂ ਸੋਸ਼ਲ ਮੀਡੀਆ ਤੇ ਐਕਟਿਵ ਸੀ, ਜਾਂ ਲਗਾਤਾਰ ਜਿਹੜੇ ਮੁੱਦੇ ਆਮ ਲੋਕਾਂ ਦੇ ਵਿੱਚ ਚਰਚਾ ਦਾ ਵਿਸ਼ਾ ਸੀ, ਉਹਨਾਂ ਉੱਤੇ ਅਸੀਂ ਗੱਲਬਾਤ ਕੀਤੀ। ਉਮੀਦ ਕਰਦੇ ਹਾਂ ਤੁਹਾਨੂੰ ਇਹ ਗੱਲਬਾਤ ਪਸੰਦ ਆਈ ਹੋਣੀ। ਹੁਣ ਮੈਨੂੰ ਜਸਪ੍ਰੀਤ ਸਿੰਘ ਆਸ਼ਕ ਨੂੰ ਦੇ ਇਜਾਜ਼ਤ। ਦੇਖਦੇ ਰਹੋ ਟੀਵੀ ਪੰਜਾਬ। ਧੰਨਵਾਦ।